ਦੇਸ਼ ਪ੍ਰਦੇਸ਼ ਸ਼ੋਅ ਦੇ ਨਾਲ ਜੁੜੇ ਤਮਾਮ ਦਰਸ਼ਕਾਂ ਦਾ ਰਣਵੀਰ ਸੰਧੂ ਵੱਲੋਂ ਨਿੱਘਾ ਸਵਾਗਤ। ਵੱਖ-ਵੱਖ ਦੇਸ਼ਾਂ ਵੱਲੋਂ ਸਮੇਂ-ਸਮੇਂ ਤੇ ਅਨਾਉਂਸਮੈਂਟ ਹੋ ਰਹੀ ਹੈ। ਉਹ ਅਨਾਉਂਸਮੈਂਟ ਨੂੰ ਅਸੀਂ ਕਿੰਨਾ ਪ੍ਰੈਕਟੀਕਲ ਲਾਹੇਵੰਦ ਸਾਂਚੇ 'ਚ ਢਾਲਦੇ ਹਾਂ ਜਾਂ ਫਿਰ ਸੁਣ ਕੇ ਅਨਾਉਂਸਮੈਂਟ ਨੂੰ ਉਡੀਕਦੇ ਹਾਂ ਕਿ ਕੀ ਮਾਰਕੀਟ 'ਚ ਹੋਣਾ। ਬਹੁਤ ਸਾਰੇ ਚੰਗੇ ਵਿਦਿਆਰਥੀ, ਉਦਮੀ ਵਿਦਿਆਰਥੀ ਕਰੋਨਾ ਦੇ ਵਿੱਚ ਵੀ ਕੈਨੇਡਾ 'ਚ ਦਾਖਲੇ ਲੈ ਗਏ, UK 'ਚ ਦਾਖਲੇ ਲੈ ਗਏ, ਆਨਲਾਈਨ ਪੜ੍ਹ ਗਏ, ਟਰੈਵਲ ਵੀ ਕਰ ਗਏ। ਬਹੁਤ ਸਾਰੇ ਮੇਰੇ ਵਰਗੇ ਸੁਸਤ ਲੋਕ ਇਹ ਦੇਖਦੇ ਰਹੇ ਕਿ ਟਰੈਵਲ ਸ਼ੁਰੂ ਹੋਊਗਾ ਤੇ ਫਿਰ ਘਰੋਂ ਨਿਕਲਾਂਗੇ। ਹੁਣ ਆਸਟ੍ਰੇਲੀਆ ਦੀ ਇੱਕ ਅਨਾਉਂਸਮੈਂਟ ਕੀ ਇੰਡੀਕੇਸ਼ਨ ਕਰਦੀ ਹੈ ਕਿ ਵਿਦਿਆਰਥੀਆਂ ਨੂੰ ਹਾਲੇ ਵੀ ਸੁੱਤੇ ਵੇਸਲੇ ਰਹਿਣਾ ਚਾਹੀਦਾ। ਨਹੀਂ, ਗੈਪ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਵਿਦਿਆਰਥੀਆਂ ਦਾ। ਵਿਦਿਆਰਥੀ ਇਹ ਸੋਚਦੇ ਨੇ ਕਿ ਕਰੋਨਾ ਤੋਂ ਬਾਅਦ ਜਦੋਂ ਟਰੈਵਲ ਖੁੱਲੂ, ਅਨਾਉਂਸਮੈਂਟਸ ਹੋਣਗੀਆਂ, ਫਿਰ ਸ਼ੁਰੂਆਤ ਕਰਾਂਗੇ। ਪਰ ਜੇ ਅੱਜ ਦੀ ਡੇਟ ਦੇ ਵਿੱਚ ਪ੍ਰਕਿਰਿਆ ਜਿਹੜੀ ਵੀਜ਼ਾ ਦੀ ਪ੍ਰਕਿਰਿਆ ਅਪਲਾਈ ਕਰਨ ਤੋਂ ਲੈਣ ਤੱਕ ਦੀ ਪ੍ਰਕਿਰਿਆ, ਉਹਦਾ ਡਬਲ ਜਾਂ ਟ੍ਰਿਪਲ ਟਾਈਮ ਲੱਗ ਰਿਹਾ ਹੈ। ਭਾਵੇਂ ਕੈਨੇਡਾ ਦੀ ਗੱਲ ਕਰੀਏ, UK ਦੀ ਕਰੀਏ ਜਾਂ ਆਸਟ੍ਰੇਲੀਆ ਬਾਰੇ ਹਲੇ ਕਿਆਸ ਰਾਈ ਲਾਣੀ ਔਖੀ ਹੈਗੀ ਹੈ। ਸੋ ਇਸ ਕਰਕੇ ਸਾਡੀ ਅੱਜ ਦੀ ਨਸੀਹਤ ਉਹਨਾਂ ਸਟੂਡੈਂਟਸ ਨੂੰ ਜਿਨ੍ਹਾਂ ਨੇ ਅਪਲਾਈ ਕਰਨਾ ਹੈ, ਇਸ ਸ਼ੋਅ ਦੇ ਨਾਲ ਜੁੜਨਗੇ। ਪ੍ਰਕਿਰਿਆ ਕਿਵੇਂ ਦੀ ਹੋਊਗੀ, ਇਸ ਅਨਾਉਂਸਮੈਂਟ ਦੇ ਕੀ ਅਰਥ ਕੱਢੇ ਜਾਣ, ਕੀ ਹੁਣੇ ਤੋਂ ਤਿਆਰੀ ਕੀਤੀ ਜਾਵੇ। ਅਕਤੂਬਰ ਜਾ ਚੁੱਕਿਆ, 5-7 ਦਿਨ ਬਾਕੀ ਨੇ ਤੁਹਾਡੇ ਕੋਲ, ਔਰ ਇਸ ਵਰੇ ਦੇ 2 ਮਹੀਨੇ ਬਚੇ ਨੇ। ਸੋ ਅੱਜ ਅਸੀਂ ਉਹਨਾਂ ਵਿਦਿਆਰਥੀਆਂ ਲਈ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਅਪਲਾਈ ਤਾਂ ਕਰਨਾ ਹੈ ਪਰ ਇਹ ਸੋਚ ਕੇ ਬੈਠੇ ਨੇ ਹਲੇ ਦੇਖਾਂਗੇ, ਟਰੈਵਲ ਖੁੱਲੂਗਾ, ਚੱਲਾਂਗੇ, ਅਨਾਉਂਸਮੈਂਟ ਹੋਊਗੀ। ਨਹੀਂ, ਇਹ ਪ੍ਰਕਿਰਿਆ ਤੁਹਾਡੀ ਅੱਜ ਤੋਂ ਸ਼ੁਰੂ ਹੋ ਕੇ ਮਾਰਚ-ਅਪ੍ਰੈਲ ਤੱਕ ਜਾ ਸਕਦੀ ਹੈ। ਸੋ ਜਦੋਂ ਕੰਮ ਸਮੂਥ ਹੋਣਾ, ਉਦੋਂ ਤੱਕ ਤੁਹਾਡੇ ਹੱਥ 'ਚ ਵੀਜ਼ਾ ਹੋਣਾ ਚਾਹੀਦਾ ਹੈ। ਵੀਜ਼ਾ ਲੈਣ ਵਾਸਤੇ ਕੀ ਕਰਨਾ ਪਏਗਾ? ਇਹਦੇ ਵਾਸਤੇ ਸਾਡੇ ਅੱਜ ਦੇ ਮਹਿਮਾਨ ਮੁਕੇਸ਼ ਜੀ ਤੁਹਾਡੇ ਨਾਲ ਵਿਸ਼ਵਾਸ ਇੰਟਰਨੈਸ਼ਨਲ ਤੋਂ ਕੁਝ ਜਿਹੜੀ ਸਲਾਹ ਮਸ਼ਵਰਾ ਹੈ, ਵਿਚਾਰ ਵਟਾਂਦਰਾ ਇਸ ਮੰਚ ਤੇ ਕਰਨਗੇ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਮੈਂ ਆਉਣਾ ਜੀ ਇਸ ਵਕਤ ਕਿ ਜਿਉਂ-ਜਿਉਂ ਕਰੋਨਾ ਖਤਮ ਹੁੰਦਾ ਜਾ ਰਿਹਾ ਹੈ ਔਰ ਵਿਸ਼ਵ ਦੇ ਵਿੱਚ ਕਾਰੋਬਾਰ ਵਪਾਰ ਖੁੱਲ੍ਹਦੇ ਜਾ ਰਹੇ ਨੇ, ਅੰਤਰਰਾਸ਼ਟਰੀ ਪੱਧਰ ਦੇ ਉੱਪਰ ਐਜੂਕੇਸ਼ਨ ਸਿਸਟਮ ਜੋ ਕਿ ਬ੍ਰੇਕ ਲੱਗ ਗਈ ਸੀ, ਵੱਖ-ਵੱਖ ਦੇਸ਼ਾਂ ਦੀਆਂ ਅਨਾਉਂਸਮੈਂਟਸ ਨੇ ਇੱਕ ਵਾਰ ਮੌਸਮ ਖੁਸ਼ਗਵਾਰ ਕੀਤਾ ਹੈ। ਪਰ ਜਦੋਂ ਤਕਨੀਕੀ ਪੱਖ ਟੈਕਨੀਕਲੀ ਦੇਖਦੇ ਆ ਤਾਂ ਬਹੁਤ ਸਾਰੇ ਸਟੂਡੈਂਟਸ ਅੱਜ ਵੀ ਘਰਾਂ ਦੇ ਵਿੱਚ ਬੈਠੇ ਨੇ। ਆਸਟ੍ਰੇਲੀਆ ਦੀ ਅਨਾਉਂਸਮੈਂਟ ਤੋਂ ਕੀ ਲੈਣਾ ਚਾਹੁੰਦੇ ਹੋ ਤੁਸੀਂ? ਕੀ ਸਟੂਡੈਂਟਸ ਨੂੰ ਕੀ ਟਿਪਸ ਦੇਣਾ ਚਾਹੁੰਦੇ ਹੋ? ਦੇਖੋ, ਆਸਟ੍ਰੇਲੀਆ ਦੇ ਲਈ ਟਿਪਸ ਮੈਂ ਜਿਸ ਤਰ੍ਹਾਂ ਕਿ ਹੁਣੇ ਤੁਸੀਂ ਥੋੜ੍ਹਾ ਜਿਹਾ ਹਿੰਟ ਦਿੱਤਾ ਹੀ ਹੈ ਵਿਦਿਆਰਥੀਆਂ ਨੂੰ ਔਰ ਪੇਰੈਂਟਸ ਨੂੰ, ਮੈਂ ਕਹਿਣਾ ਚਾਹਾਂਗਾ ਕਿ ਹੁਣ ਉਹ ਦਿਨ ਦੂਰ ਨਹੀਂ, ਬਹੁਤ ਜਲਦੀ ਜਦੋਂ ਸਾਨੂੰ ਇਹ ਅਨਾਉਂਸਮੈਂਟ ਦੀ ਕਨਫਰਮੇਸ਼ਨ ਡੇਟ ਆ ਜਾਣੀ ਹੈ ਕਿ ਫਲਾਣੇ ਦਿਨ ਤੋਂ ਫਲਾਈਟਸ ਖੁੱਲ੍ਹ ਰਹੀਆਂ ਇੰਟਰਨੈਸ਼ਨਲ ਸਟੂਡੈਂਟਸ ਲਈ। ਅਤੇ ਹੋਣਾ ਕੀ ਹੈ, ਸੇਮ ਲਾਈਕ ਜਿਸ ਤਰ੍ਹਾਂ ਕਿ ਕੈਨੇਡਾ ਦੇ ਵਿੱਚ ਕੀ ਹੋਇਆ ਕਿ 90% ਜਾਂ 70% ਬੱਚੇ, 20-30% ਬੱਚੇ ਜਿਹੜੇ ਡੇਅਰ ਹੋ ਕੇ ਜਿਨ੍ਹਾਂ ਦਾ ਮਕਸਦ ਪੜ੍ਹਨਾ ਸੀ, ਜਿਨ੍ਹਾਂ ਨੇ ਉਸ ਕਰੋਨਾ ਕਾਲ ਦੇ ਚਲਦੇ ਐਡਮਿਸ਼ਨਸ ਵੀ ਆਰਾਮ ਨਾਲ ਹੋ ਰਹੇ ਸੀਗੇ, ਆਫਰ ਲੈਟਰਸ ਵੀ ਟਾਈਮ ਨਾਲ ਆ ਰਹੀਆਂ ਸੀ, ਵੀਜ਼ਾ ਪ੍ਰੋਸੈਸ ਵੀ ਟਾਈਮ ਨਾਲ ਹੋ ਰਹੇ ਸੀਗੇ ਔਰ ਅਪਰੂਵਲ ਰੇਟ ਵੀ ਵਧੀਆ ਰਿਹਾ। ਸੇਮ ਚੀਜ਼ ਹੁਣ ਕੈਨੇਡਾ ਦੇ ਵਿੱਚ ਕੀ ਰਿਪੀਟ ਹੋ ਰਹੀ ਹੈ ਕਿ ਜਿਸ ਤਰ੍ਹਾਂ ਹੀ ਫਲਾਈਟਸ ਦੀ ਅਨਾਉਂਸਮੈਂਟ ਓਪਨ ਹੋਈ ਹੈ, ਅੱਜ ਦੀ ਤਰੀਕ 'ਚ ਤੁਸੀਂ ਇਹ ਮੰਨ ਕੇ ਚੱਲੋ ਕਿ ਜਨਵਰੀ ਛੋੜੋ, ਮਈ ਇਨਟੇਕ ਦੀ ਆਫਰ ਲੈਟਰ ਲੈਣਾ ਵੀ ਮੁਸ਼ਕਿਲ ਹੋ ਗਿਆ। ਹੁਣ ਸੇਮ ਚੀਜ਼ ਇਤਿਹਾਸ ਦਰ, ਬਟ ਵੇਅਰ ਇਜ਼ ਕੁਐਸਚਨ ਆਫ ਕੈਨੇਡਾ ਦੇ ਅੰਦਰ ਫਿਰ ਵੀ ਜਿਹੜਾ ਨਾ ਕੰਪਲੀਕੇਸ਼ਨਸ ਜ਼ਿਆਦਾ ਨਹੀਂ ਹੈ। ਆਫਰ ਲੈਟਰ ਲਿੱਤਾ, ਫੀਸ ਪੇ ਕੀਤੀ, ਮੈਡੀਕਲ ਕਰਾਇਆ, GIC ਕਰਾਈ, ਵੀਜ਼ਾ ਲੈ ਲਿਆ, ਦੈਟਸ ਆਲ। ਲੇਕਿਨ ਅਗਰ ਆਸਟ੍ਰੇਲੀਆ ਦੀ ਗੱਲ ਕਰੋ, ਆਸਟ੍ਰੇਲੀਆ ਦਾ ਪਹਿਲੀ ਗੱਲ ਤਾਂ ਆਫਰ ਲੈਟਰ ਦਾ ਪ੍ਰੋਸੈਸ ਟਫ ਹੈ ਔਰ ਆਫਰ ਲੈਟਰ ਔਰ COE ਦੇ ਵਿੱਚ ਦਾ ਜਿਹੜਾ ਪ੍ਰੋਸੈਸ ਹੈ ਵਿਚ ਇਜ਼ ਕਾਲਡ GTE, ਉਹ ਜਿਹੜਾ ਪ੍ਰੋਸੈਸ ਹੈ ਉਹਨੂੰ ਵੀ ਘੱਟੋ ਘੱਟ 1.5 ਤੋਂ 2 ਮਹੀਨੇ, ਕਈ ਵਾਰ 3 ਮਹੀਨੇ ਤੱਕ ਦਾ ਪ੍ਰੋਸੈਸ ਵੀ ਲੱਗ ਜਾਂਦਾ। ਬਿਲਕੁਲ ਤੁਹਾਡੀ ਠੀਕ ਗੱਲ ਹੈ ਆਪਣਾ ਰਣਵੀਰ ਭਾਜੀ ਕਿ ਜਿਹੜੇ ਬੱਚੇ ਨੇ ਆਸਟ੍ਰੇਲੀਆ ਜਾਣਾ, ਖਾਸ ਤੌਰ 'ਤੇ ਉਹ ਸਟੂਡੈਂਟ ਜੋ ਕਿ UG ਹੈ, ਅੰਡਰ ਗ੍ਰੈਜੂਏਟ ਹੈ ਔਰ ਗ੍ਰੈਜੂਏਸ਼ਨ ਲਈ ਜਾਂ ਡਿਪਲੋਮਾ ਪ੍ਰੋਗਰਾਮਸ ਲਈ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਉਹਨਾਂ ਦਾ ਗੈਪ ਜਿਸ ਤਰ੍ਹਾਂ ਵਧੇਗਾ, ਕਿਉਂਕਿ ਜਿਸ ਤਰ੍ਹਾਂ ਹੀ ਆਸਟ੍ਰੇਲੀਆ ਦੀ ਅਨਾਉਂਸਮੈਂਟ ਹੋਣੀ ਹੈ, ਹਿੰਟ ਮਿਲ ਰਹੇ ਆ, ਫਲਾਈਟਸ ਖੁੱਲ੍ਹੀਆਂ ਅਤੇ ਇੱਕਦਮ ਰਸ਼ ਪੈ ਜਾਏਗਾ। ਯੂਨੀਵਰਸਿਟੀਜ਼ ਦੇ, ਕਾਲਜਿਸ ਦੇ ਅਸੈਸਮੈਂਟ ਲੈਵਲ 1 ਦੇ ਜਿਹੜੇ ਹਾਇਰ ਐਜੂਕੇਸ਼ਨ ਜਿਹਦੇ ਵਿੱਚ ਵੀਜ਼ਾ ਸਕਸੈਸ ਰੇਟ 90% ਤੋਂ ਜ਼ਿਆਦਾ ਰਹਿੰਦਾ, ਉਹਨਾਂ ਦੇ ਰੇਟ ਵੀ ਵੱਧ ਜਾਣੇ, ਉਹਨਾਂ ਦੇ ਨਖਰੇ ਵੀ ਵੱਧ ਜਾਣੇ। ਗੈਪ ਵਾਲੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਣਾ, ਐਡਮਿਸ਼ਨ ਮਿਲ ਗਿਆ ਤਾਂ ਵੀਜ਼ਾ ਦੀ ਪ੍ਰੋਬਲਮ ਆਏਗੀ। ਇਹ ਬਿਲਕੁਲ ਰਾਈਟ ਟਾਈਮ ਹੈ ਡੋਰ ਨੌਕ ਕਰਨ ਦਾ ਐਮਬੈਸੀ ਦੇ। ਜੇਕਰ ਉਹ ਸਟੂਡੈਂਟ ਜਿਨ੍ਹਾਂ ਨੇ ਆਪਣਾ ਵੀਜ਼ਾ ਸਿਰਫ ਆਸਟ੍ਰੇਲੀਆ ਲਈ ਅਪਲਾਈ ਕਰਨਾ ਵੇਟ ਕਰ ਰਹੇ ਸੀਗੇ, ਇਹ ਬਿਲਕੁਲ ਰਾਈਟ ਟਾਈਮ ਹੈ ਕਿ ਤੁਸੀਂ ਆਪ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਆਪਣਾ ਵੀਜ਼ਾ ਅਪਲਾਈ ਕਰਕੇ ਆਫਰ ਲੈਟਰ ਲੈ ਲਓਗੇ, ਆਫਰ ਲੈਟਰ ਤੋਂ ਲੈ ਕੇ GT ਦਾ ਪ੍ਰੋਸੈਸ ਉਨਾ ਸੌਖਾ ਨਹੀਂ ਹੈ, ਉਨਾ ਆਸਾਨ ਨਹੀਂ ਹੈ, ਪਰ ਕੰਪੈਰੇਟਿਵਲੀ ਥੋੜ੍ਹਾ ਸਮੂਥ ਰਹੇਗਾ। ਔਰ ਸਭ ਤੋਂ ਵੱਡੀ ਗੱਲ, ਜਿਹੜਾ ਤੁਹਾਡਾ ਇਹ ਟਾਈਮ ਦੀ ਵੇਸਟੇਜ ਹੈ ਬਚ ਜਾਏਗੀ। ਜਦੋਂ ਤੱਕ ਤੁਹਾਡੇ ਹੱਥ 'ਚ ਵੀਜ਼ਾ ਆਏਗਾ ਉਸ ਟਾਈਮ ਤੱਕ ਫਲਾਈਟਸ ਦੀ ਅਨਾਉਂਸਮੈਂਟ ਜਾਂ ਤਾਂ ਹੋ ਚੁੱਕੀ ਹੋਏਗੀ ਜਾਂ ਹੋਣ ਵਾਲੀ ਹੋਏਗੀ। ਇੱਕ ਮੁਕੇਸ਼ ਜੀ ਹੋਰ ਵੀ ਚੀਜ਼, ਕਿਉਂਕਿ ਕੈਨੇਡਾ ਨੂੰ ਅਸੀਂ ਜ਼ਿਆਦਾ ਪੜ੍ਹਦੇ ਹਾਂ, ਸੋਚਦੇ ਹਾਂ, ਦੇਖਦੇ ਹਾਂ, ਸਮਝਦੇ ਹਾਂ, ਅਸੀਂ ਹਰ ਵੀਜ਼ੇ ਨੂੰ ਕੈਨੇਡਾ ਦੇ ਪ੍ਰੋਸੈਸ ਨਾਲ ਜੋੜ ਲੈਂਦੇ ਹਾਂ। ਇੱਥੇ ਆਸਟ੍ਰੇਲੀਆ ਦਾ ਜਿਹੜਾ ਪ੍ਰਕਿਰਿਆ ਹੈ ਵੀਜ਼ਾ ਲੈਣ ਦੀ, ਉਹਦੇ ਵਿੱਚ ਇੱਕ ਬਹੁਤ ਵੱਡਾ ਅੰਤਰ ਹੈ, ਨਖੇੜਾ ਕਰਦਾ ਆਸਟ੍ਰੇਲੀਆ ਨੂੰ ਕੈਨੇਡਾ ਦੇ ਨਾਲੋਂ। ਉਹ ਇਹ ਹੈ ਕਿ ਇੱਥੇ ਗੈਪ ਜਾਂ GT ਕਲੀਅਰ ਨਾ ਹੋਣ ਦਾ ਮਤਲਬ ਹੈਗਾ ਕਿ ਹੋ ਸਕਦਾ COE ਨਾ ਮਿਲੇ ਤੁਹਾਨੂੰ। ਬਿਲਕੁਲ। ਦੂਸਰਾ,
ਜੇ ਮਿਲ ਵੀ ਗਈ ਔਰ ਵੀਜ਼ਾ ਰਿਫਿਊਜ਼ ਹੋ ਗਿਆ ਕਿਸੇ ਵੀ ਛੋਟੀ ਜਿਹੀ ਗਲਤੀ ਕਾਰਨ, ਤਾਂ ਦੁਬਾਰਾ ਦਾਖਲਾ ਲੈਣਾ ਬਹੁਤ ਮੁਸ਼ਕਿਲ ਹੈ। ਵੀਜ਼ੇ ਦੀ ਗੱਲ ਤਾਂ ਕਰੋ ਹੀ ਨਾ ਤੁਸੀਂ। ਇੱਥੇ ਇਹ ਚੀਜ਼ ਬੜੀ ਸਮਝਣੀ ਹੋਏਗੀ ਕਿ ਕੈਨੇਡਾ ਦੇ ਵਿੱਚ ਤੁਸੀਂ ਦੁਬਾਰਾ ਚਾਂਸ ਲੈ ਲਿਆ, ਫਲਾਣੀ ਗਲਤੀ ਹੋ ਗਈ ਸੀ, ਗੈਪ ਹੋ ਗਿਆ ਜੀ, ਇਹ ਕਰਤਾ ਉਹ ਕਰਤਾ। ਇੱਥੇ ਇੱਕੋ ਚਾਂਸ ਵਧੀਆ ਤਰੀਕੇ ਨਾਲ ਲੈਣਾ ਤਾਂ ਖੁੱਲ੍ਹਾ ਸਮਾਂ ਹੈਗਾ। ਤੁਸੀਂ ਇਹਦੇ ਬਾਰੇ ਕੀ ਟਿੱਪਣੀ ਕਰਦੇ ਹੋ ਕਿ ਬਹੁਤ ਸਾਰੇ ਵਿਦਿਆਰਥੀ ਕਾਹਲ ਦੇ ਵਿੱਚ? ਬਿਲਕੁਲ ਮੈਂ ਬੇਸਿਕਲੀ ਕੈਨੇਡਾ ਤੇ ਵੀਜ਼ਾ ਪ੍ਰੋਸੈਸਿੰਗ ਦਾ ਕੋਈ ਕੰਪੈਰੀਜ਼ਨ ਨਹੀਂ ਕਰ ਰਿਹਾ ਸੀ। ਮੈਂ ਸਿਰਫ ਸਟੂਡੈਂਟ ਨੂੰ ਇਹ ਦੱਸ ਰਿਹਾ ਸੀਗਾ ਕਿ ਜਦੋਂ ਅਨਾਉਂਸਮੈਂਟ ਹੁੰਦੀ ਹੈ ਤੇ ਪੂਰੀ ਭੀੜ ਇੱਕੋ ਪਾਸੇ ਇੱਕੋ ਚੀਜ਼ ਦੇ ਮਗਰ ਪੈ ਜਾਂਦੀ ਹੈ। ਸੇਮ ਚੀਜ਼ ਹੁਣ ਤੁਹਾਨੂੰ ਸਾਹਮਣੇ ਹੈ ਕਿ ਕੈਨੇਡਾ ਦੇ ਵਿੱਚ ਹੋ ਰਹੀ ਹੈ ਔਰ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੀ ਹੈ। ਉਹਦੇ ਨਾਲ ਕੀ ਹੋਏਗਾ ਕਿ ਜਿਹੜੇ ਲੋ ਪ੍ਰੋਫਾਈਲ ਹੈ ਜਾਂ ਕਿ ਐਵਰੇਜ ਪ੍ਰੋਫਾਈਲ ਹੈ ਉਹਨਾਂ ਨੂੰ ਸੀਟਾਂ ਮਿਲਣੀਆਂ ਮੁਸ਼ਕਿਲ ਹੋ ਜਾਣੀਆਂ। ਔਰ ਜਿਸ ਤਰ੍ਹਾਂ ਕਿ ਤੁਸੀਂ ਉਹਨੇ ਦੱਸ ਕੇ ਹਟੇ ਹੋ ਕਿ ਕੰਪੈਰੇਟਿਵਲੀ ਟੂ ਕੈਨੇਡਾ ਇਹਦਾ ਆਸਟ੍ਰੇਲੀਆ ਦਾ ਪ੍ਰੋਸੈਸ ਥੋੜਾ ਟਫ ਹੈ ਔਰ ਇੱਕੋ ਹੀ ਚਾਂਸ ਮਿਲਣ ਦਾ ਮਤਲਬ ਇਹ ਹੈ ਕਿ ਤੁਹਾਡਾ ਟਾਈਮਿੰਗ, ਤੁਹਾਡਾ ਇਹ ਅਪਲਾਈ ਕਰਨ ਦਾ ਪ੍ਰੋਸੈਸ, ਤੁਹਾਡੇ ਚੋਇਸ ਆਫ ਕੰਸਲਟੈਂਟ, ਤੁਹਾਡਾ ਜਿਹੜਾ ਚੋਇਸ ਆਫ ਕੋਰਸ, ਹਰ ਚੀਜ਼ ਪਰਫੈਕਟ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਕੋਈ ਸੈਕੰਡ ਚਾਂਸ ਜਾਂ ਮਰਸੀ ਚਾਂਸ ਨਹੀਂ ਮਿਲੇਗਾ। ਕੈਨੇਡਾ ਤਾਂ ਤੁਸੀਂ ਦੇਖਿਆ ਹੋਏਗਾ ਕਿ 5 ਵਾਰ ਵੀਜ਼ਾ ਅਪਲਾਈ ਕਰਕੇ ਵੀ ਰਿਫਿਊਜ਼ ਹੋ ਗਿਆ ਤਾਂ 6ਵੀਂ ਵਾਰ ਵੀ ਬੱਚਾ ਵੀਜ਼ਾ ਲੈ ਸਕਦਾ। ਬਿਲਕੁਲ ਠੀਕ ਕਿਹਾ ਤੁਸੀਂ। ਸੋ ਅੱਜ ਸਮਾਂ ਹੈ ਜੀ। ਹੁਣ ਬਹੁਤ ਸਾਰੇ ਬੱਚੇ ਤਾਂ ਭੁੱਲ ਵੀ ਗਏ ਹੋਣੇ। ਬਹੁਤ ਸਾਰੇ ਬੱਚੇ ਐਸੇ ਸੀ ਜਿਹੜੇ 10ਵੀਂ 'ਚ ਸੀ ਕਰੋਨਾ ਤੋਂ ਪਹਿਲਾਂ, +2 ਕਰ ਗਏ ਹੁਣ। ਔਰ ਟੀਵੀ ਸ਼ੋਜ਼ ਵੀ ਘੱਟ ਹੋਏ, ਗੂਗਲ 'ਤੇ ਘੱਟ ਅਪਡੇਟ ਆਈਆਂ, ਕੰਸਲਟੈਂਟਸ ਦੇ ਦਫ਼ਤਰ ਬੰਦ ਸੀ, ਕੰਸਲਟੈਂਸੀ ਨਹੀਂ ਮਿਲ ਪਾਈ। ਮੈਂ ਥੋੜ੍ਹਾ ਜਿਹਾ ਚਾਹੂੰਗਾ ਕਿ ਕੈਨੇਡਾ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਬਹੁਤ ਹੁੰਦਾ, ਮਸ਼ਹੂਰੀਆਂ ਰਾਹੀਂ, ਅਖਬਾਰਾਂ ਰਾਹੀਂ, ਟੀਵੀ ਰਾਹੀਂ, ਸ਼ੋਜ਼ ਰਾਹੀਂ। ਇੱਥੇ ਮੈਂ ਥੋੜ੍ਹਾ ਚਾਹੂੰਗਾ ਕਿ ਥੋੜ੍ਹਾ ਜਿਹਾ ਦੱਸੋ ਕਿ ਜਿਹੜੇ ਵਿਦਿਆਰਥੀ ਨੇ ਇਕੱਲੇ ਜਾਣਾ ਉਹਨਾਂ ਲਈ ਕੀ ਪ੍ਰੋਸੈਸ ਹੈ, ਜਿਨ੍ਹਾਂ ਨੇ ਸਪਾਊਸ ਲੈ ਕੇ ਜਾਣਾ ਉਹਨਾਂ ਲਈ ਕੀ ਪ੍ਰੋਸੈਸ ਹੈ, ਜਿਨ੍ਹਾਂ ਨੇ +2 ਤੋਂ ਬਾਅਦ ਜਾਣਾ ਹੈ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜਾਣਾ ਹੈ, ਕਾਲਜ ਜਾਣਾ ਹੈ, ਯੂਨੀਵਰਸਿਟੀ ਜਾਣਾ ਹੈ, ਕੀ ਰਸਤੇ ਨੇ ਇੱਥੇ? ਬਹੁਤ ਵਧੀਆ ਕੁਐਸਚਨ ਕਰਨ ਲਈ ਮੈਂ ਸਭ ਤੋਂ ਪਹਿਲੇ ਤੁਹਾਡਾ ਥੈਂਕ ਯੂ ਕਰਨਾ ਚਾਹਾਂਗਾ, ਧੰਨਵਾਦ ਕਰਨਾ ਚਾਹਾਂਗਾ ਆਪਣੇ ਦਰਸ਼ਕਾਂ ਦੇ ਬਿਹਾਫ 'ਤੇ ਰਣਵੀਰ ਭਾਜੀ ਜੀ। ਬੇਸਿਕਲੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਬਹੁਤ ਇੱਕ ਲੰਬਾ ਸਮਾਂ ਹੋ ਗਿਆ ਕਿਸੇ ਨੇ ਵੀ ਆਸਟ੍ਰੇਲੀਆ ਦੇ ਉੱਪਰ ਸ਼ੋਅ ਨਹੀਂ ਕੀਤਾ ਕਿਉਂਕਿ ਬੇਸਿਕਲੀ ਦੇਖੋ ਅਸੀਂ ਵੀ ਬਿਜ਼ਨਸ ਕਰਨ ਬੈਠੇ ਹਾਂ, ਕਲਾਇੰਟ ਵੀ ਉਹੀ ਚੀਜ਼ ਸੁਣਨਾ ਚਾਹੇਗਾ ਜਿਹੜੀ ਮਾਰਕੀਟ 'ਚ ਅਵੇਲੇਬਲ ਹੈ। ਅਗਰ ਹੁਣ ਅੱਜ ਦੀ ਰੇਟ 'ਚ ਅਗਰ ਮੈਂ ਇੱਥੇ ਬੈਠ ਕੇ ਨਿਊਜ਼ੀਲੈਂਡ ਦਾ ਸ਼ੋਅ ਕਰਾਂ ਤਾਂ ਦੈਟ ਇਜ਼ ਨਥਿੰਗ ਮੋਰ ਦੈਨ ਵੇਸਟੇਜ ਆਫ ਟਾਈਮ, ਠੀਕ ਹੈ। ਤਾਂ ਸੇਮ ਚੀਜ਼ ਇਹ ਹੈ ਕਿ ਆਸਟ੍ਰੇਲੀਆ ਦਾ ਜਿਹੜਾ ਅੱਜ ਦਾ ਸਿਨੈਰੀਓ ਹੈ, ਦੇਖੋ 3 ਤਰ੍ਹਾਂ ਦੀ ਕੁਆਲੀਫਿਕੇਸ਼ਨ ਹੈ, ਵੋਕੇਸ਼ਨਲ ਔਰ ਬੈਚਲਰ ਪ੍ਰੋਗਰਾਮ। ਵੋਕੇਸ਼ਨਲ ਦੇ ਅੰਦਰ ਡਿਪਲੋਮਾਸ ਦੇ ਪ੍ਰੋਗਰਾਮ ਆਉਂਦੇ ਆ, ਵੋਕੇਸ਼ਨਲ ਬੈਚਲਰਸ ਦੇ ਅੰਦਰ ਡਿਗਰੀ ਪ੍ਰੋਗਰਾਮਸ ਆ ਗਏ ਔਰ ਹਾਇਰ ਐਜੂਕੇਸ਼ਨ ਦੇ ਵਿੱਚ ਡਿਗਰੀ ਔਰ ਮਾਸਟਰਸ ਦੋਨੋਂ ਆ ਗਏ, ਠੀਕ ਹੈ। ਹੁਣ ਜਿਹੜਾ ਸਟੂਡੈਂਟ ਸਪਾਊਸ ਨੂੰ ਨਾਲ ਨਹੀਂ ਲਿਜਾ ਸਕਦਾ ਜਾਂ ਨਹੀਂ ਲਿਜਾਣਾ ਚਾਹੁੰਦਾ ਜਾਂ ਨਹੀਂ ਲਿਜਾ ਸਕਦਾ, ਉਹ ਬੱਚਾ ਉਹ ਹੈ ਕਿ ਜਿਹੜਾ ਆਪਣਾ ਵੀਜ਼ਾ 12th ਦੇ ਬੇਸ 'ਤੇ ਅਪਲਾਈ ਕਰ ਰਿਹਾ। 12th ਦੇ ਬੇਸ 'ਤੇ ਪ੍ਰੋਸੈਸ ਕਰਨ ਲਈ ਫਿਲਹਾਲ ਦੀ ਘੜੀ ਅਗਰ ਤੁਸੀਂ 20 ਪਾਸ ਆਊਟ ਹੋ, 2020 ਪਾਸ ਆਊਟ ਹੋ, ਤੁਹਾਡੇ ਕੋਲ ਥੋੜ੍ਹਾ ਬਹੁਤ ਸਮਾਂ ਹੈ, ਬਟ ਇਮੀਡੀਏਟਲੀ ਐਜ਼ ਸੂਨ ਐਜ਼ ਪੋਸੀਬਲ ਤੁਹਾਨੂੰ ਆਪਣਾ ਵੀਜ਼ਾ ਦੇ ਲਈ ਜਾਂ ਆਫਰ ਲੈਟਰ ਦੇ ਲਈ ਪ੍ਰੋਸੈਸ ਕਰਨਾ ਹੀ ਪਏਗਾ। ਔਰ ਜਿੰਨੀ ਜਲਦੀ ਤੁਸੀਂ ਆਪਣਾ GT ਕ੍ਰਾਈਟੀਰੀਆ ਕਲੀਅਰ ਕਰਕੇ COE ਲੈ ਕੇ ਫਾਈਲ ਅੰਬੈਸੀ 'ਚ ਪੁੱਟ ਅਪ ਕਰੋਗੇ ਉਹਨੇ ਵੀਜ਼ਾ ਦੇ ਚਾਂਸਸ ਵਧੀਆ ਰਹਿਣਗੇ। ਹੁਣ ਹਾਲ ਦੇ ਵਿੱਚ ਕੋਈ 15 ਕੁ ਦਿਨ ਪਹਿਲੇ ਚੇਂਜਸ ਕੀਤੇ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ, ਬਹੁਤ ਸਾਰੇ ਯੂਨੀਵਰਸਿਟੀਜ਼ ਔਰ ਕਾਲਜਸ ਅਸੈਸਮੈਂਟ ਲੈਵਲ 1 ਦੀ ਜਗ੍ਹਾ 2 'ਚ ਆ ਗਏ ਆ। ਫਰਕ ਕੀ ਹੁੰਦਾ ਸੀ, ਅਸੈਸਮੈਂਟ ਲੈਵਲ 1 ਦੀ ਜਿਹੜੀ ਯੂਨੀਵਰਸਿਟੀਜ਼ ਹੁੰਦੇ ਸੀ, ਲੋਕਾਂ ਨੂੰ ਇੱਕ ਭਰਮ ਸੀਗਾ, ਇੱਕ ਵਹਿਮ ਸੀ, ਇੱਕ ਮਿਸਗਾਈਡੈਂਸ ਸੀਗੀ ਕਿ ਜੀ ਫੰਡ ਨਹੀਂ ਚਾਹੀਦੇ ਹੁੰਦੇ। ਬੇਸਿਕਲੀ ਫੰਡਸ ਇਮੀਗ੍ਰੇਸ਼ਨ ਨੂੰ ਨਹੀਂ ਚਾਹੀਦੇ ਹੁੰਦੇ, ਐਸਾ ਜ਼ਰੂਰ ਸੀਗਾ ਕਿ ਆਪਸ਼ਨ ਵਾਸ ਦੇਅਰ ਕਿ ਤੁਸੀਂ ਅਪਲੋਡ ਕਰੋ ਜਾਂ ਨਾ ਕਰੋ ਜੀ। ਬਟ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜੇ ਬੱਚਿਆਂ ਨੇ ਕਰੋਨਾ ਤੋਂ ਬਾਵਜੂਦ ਵੀ ਆਪਣਾ ਆਨਲਾਈਨ ਕਲਾਸਿਸ ਲਗਾਉਣ ਦਾ ਮਨ ਬਣਾ ਕੇ ਆਪਣਾ ਵੀਜ਼ਾ ਅਪਲਾਈ ਕੀਤਾ, ਅਸੈਸਮੈਂਟ ਲੈਵਲ 1 ਦੀ ਬਹੁਤ ਸਾਰੀ ਯੂਨੀਵਰਸਿਟੀਜ਼ ਇੱਦਾਂ ਦੀਆਂ ਸੀਗੀਆਂ ਜਿਨ੍ਹਾਂ ਨੇ ਫੰਡਸ ਲਿੱਤੇ ਬਿਨਾਂ COEs ਦਿੱਤੀ ਸੀ। ਆਡਿਟਿੰਗ ਦੇ ਵਿੱਚ ਇਹ ਚੀਜ਼ ਸਾਹਮਣੇ ਆਈ, ਇਮੀਗ੍ਰੇਸ਼ਨ ਨੇ ਉਹਨਾਂ ਦੇ ਕੇਸਿਸ ਰਿਫਿਊਜ਼ ਵੀ ਕੀਤੇ ਜੀ। ਮਤਲਬ ਅੱਜ ਦੀ ਘੜੀ 'ਚ ਅਸੈਸਮੈਂਟ ਲੈਵਲ 1 ਦੇ ਅੰਦਰ ਵੀ ਅਗਰ ਤੁਸੀਂ ਜਾ ਰਹੇ ਹੋ ਤਾਂ ਵੀ ਬੇਸ਼ੱਕ ਤੁਹਾਡੇ ਫੰਡ ਰੀਸੈਂਟ ਹੈ, ਅਸੀਂ ਰਿਕਮੈਂਡ ਕਰਾਂਗੇ ਅਗਰ ਤੁਸੀਂ ਆਪਣੇ ਏਜੰਟ ਨੂੰ ਇਹ ਚੀਜ਼ ਕਹੋਗੇ ਕਿ ਉਹ ਫਾਈਨੈਂਸ਼ੀਅਲ ਡਾਕੂਮੈਂਟ ਤੁਹਾਡੀ ਫਾਈਲ ਦੇ ਨਾਲ ਅਪਲੋਡ ਜ਼ਰੂਰ ਕਰਨ ਜੀ, ਠੀਕ ਹੈ। ਪਲੱਸ ਕਈ ਯੂਨੀਵਰਸਿਟੀਜ਼ ਇੱਦਾਂ ਦੀਆਂ ਜਿਹੜੀ 20 ਪਾਸ ਆਊਟ ਬੱਚੇ ਨੂੰ, +2 20 ਪਾਸ ਆਊਟ ਬੱਚੇ ਨੂੰ ਕਿਤੇ ਨਾ ਕਿਤੇ ਗੈਪ ਦੀ ਜਸਟੀਫਿਕੇਸ਼ਨ ਮੰਗ ਰਹੀ ਹੈ, ਆਈਦਰ ਇਨ ਦਾ ਫਾਰਮ ਆਫ ਡਾਕੂਮੈਂਟੇਸ਼ਨ ਔਰ ਕਿਤੇ ਨਾ ਜਾਂ ਫਿਰ ਐਕਸਪਲੇਨੇਸ਼ਨ ਦੇ ਦੇ ਤੁਸੀਂ SOP ਦੇ ਵਿੱਚ ਬੱਚਾ ਕਿ ਮੈਂ ਫਲਾਨੀ ਚੀਜ਼ ਦੇ ਵਿੱਚ ਬਿਜ਼ੀ ਸੀ ਜਾਂ ਕਰੋਨਾ ਕਰਕੇ ਔਰ ਵਟ ਐਵਰ। ਮਤਲਬ ਯੂਨੀਵਰਸਿਟੀ ਔਰ ਕੋਰਸ ਪ੍ਰੋਵਾਈਡਰ ਔਰ ਕਾਲਜ ਮਸਟ ਬੀ ਸੈਟਿਸਫਾਈਡ ਵਿਦ ਯੋਰ ਸਟੇਟਮੈਂਟ ਜੀ। ਉਸ ਤੋਂ ਇਲਾਵਾ
ਉਹੀ 2-3 ਮਹੀਨੇ ਪੁਰਾਣੇ ਫੰਡਸ ਚਾਹੀਦੇ, ਇਨਕਮ ਪ੍ਰੂਫ ਚਾਹੀਦੀ ਹੈ। ਜ਼ਿਆਦਾਤਰ ਕਾਲਜ ਯੂਨੀਵਰਸਿਟੀਜ਼ ਨੇ, ਜਿਸ ਤਰ੍ਹਾਂ ਕਿ ਮੈਂ ਹੁਣੇ 2 ਮਿੰਟ ਪਹਿਲੇ ਦੱਸ ਕੇ ਹਟਿਆ ਕਿ ਲੈਵਲ 2 ਦੇ ਵਿੱਚ ਕਈ ਕਾਲਜਿਸ ਆਏ ਆ ਆਪਣਾ ਲਾਇਸੈਂਸ ਬਚਾਉਣ ਲਈ, ਆਪਣੀ ਪ੍ਰਤਿਭਾ ਬਚਾਉਣ ਲਈ, ਆਪਣੀ ਪ੍ਰੈਸਟੀਜ ਬਚਾਉਣ ਲਈ, ਆਪਣਾ ਰੈਂਕਿੰਗ ਬਚਾਉਣ ਲਈ, ਆਪਣਾ ਰੈਪੂਟੇਸ਼ਨ ਬਚਾਉਣ ਲਈ। ਹੁਣ ਜਿਹੜੀਆਂ ਯੂਨੀਵਰਸਿਟੀਜ਼ ਔਰ ਕਾਲਜਿਸ ਆਲਰੇਡੀ ਸਟ੍ਰਿਕਟ ਹੋ ਗਈਆਂ, ਜਦੋਂ ਫਲਾਈਟਸ ਓਪਨ ਹੋ ਜਾਣਗੀਆਂ ਤਾਂ ਦੇ ਵਿਲ ਬੀ ਮੋਰ ਸਟ੍ਰਿਕਟ ਜੀ। ਤੇ +2 ਬੱਚਾ 20 ਪਾਸ ਆਊਟ ਹੋਏ ਜਾਂ 21 ਪਾਸ ਆਊਟ ਹੋਏ, ਪੇਰੈਂਟਸ ਦੇ ਕੋਲ ਇਨਕਮ ਟੈਕਸ ਦੇ ਰਿਟਰਨਸ ਹੋਣ, ਪੈਸੇ ਜਾਂ ਕਿ 3 ਮਹੀਨੇ ਪੁਰਾਣੇ ਹੋਣ, ਜਾਂ ਪੈਸਿਆਂ ਦਾ ਜਿਹੜਾ ਸੋਰਸ ਆਫ ਫੰਡਿੰਗ ਹੋਵੇ, ਜਾਂ ਫਿਰ ਐਜੂਕੇਸ਼ਨ ਲੋਨ ਹੋਵੇ ਜੋ ਕਿ ਰੀਸੈਂਟਲੀ ਐਕਸੈਪਟੇਬਲ ਹੈ, ਉਹ ਬੱਚਾ ਐਲੀਜੀਬਲ ਹੈ, ਕੁਆਲੀਫਾਈ ਕਰਦਾ। ਮੈਂ ਰეკਮੈਂਡ ਕਰਾਂਗਾ ਕਿ ਅਗਰ ਤੁਹਾਡਾ ਗੈਪ ਨਹੀਂ ਹੈ, ਗੈਪ ਇਨ ਦਾ ਸੈਂਸ ਕਿ ਹਾਂ ਅਗਰ ਤੁਸੀਂ 20 ਪਾਸ ਆਊਟ ਔਰ ਫਿਰ ਤੁਹਾਨੂੰ ਕੋਈ ਡਿਪਲੋਮਾ ਦੀ ਆਫਰ ਦਿੰਦਾ ਤਾਂ ਇੱਕ ਵਾਰੀ ਵਿਸ਼ਵਾਸ ਇੰਟਰਨੈਸ਼ਨਲ ਕੋਲ ਆਪਣੇ ਡਾਕੂਮੈਂਟ ਭੇਜ ਕੇ ਜ਼ਰੂਰ ਆਪਣੇ ਪ੍ਰੋਫਾਈਲ ਨੂੰ ਅਸੈਸ ਕਰੋ। ਹੋ ਸਕਦਾ ਬਲਕਿ 100% ਐਸਾ ਹੋਏਗਾ ਕਿ ਅਸੀਂ ਤੁਹਾਨੂੰ ਬੈਚਲਰ ਡਿਗਰੀ ਲਈ ਐਡਮਿਸ਼ਨ ਕਿਤੇ ਨਾ ਕਿਤੇ ਤੁਹਾਨੂੰ ਦਵਾ ਦਿਆਂਗੇ। ਤੁਹਾਨੂੰ ਕੀ ਲੱਗਦਾ ਹੈ ਮੁਕੇਸ਼ ਜੀ, ਇਸ ਵਕਤ ਜਿਹੜਾ ਬੱਚਾ ਤੁਹਾਡੇ ਕੋਲ ਆਏਗਾ ਕੀ ਮਈ ਲਈ ਦਾਖਲਾ ਲਏਗਾ ਜਾਂ ਉਹਦੇ ਕੋਲ ਹੋਰ ਕਿਹੜੀ ਆਪਸ਼ਨਸ ਹੋਣਗੀਆਂ? ਨਹੀਂ, ਦੇਖੋ ਹੁਣ ਜਿਹੜੇ ਨਾ ਜੀ ਕੁਛ ਇੱਕ ਯੂਨੀਵਰਸਿਟੀਜ਼ ਦੇ ਵਿੱਚ ਫੈਬਰਰੀ ਇਨਟੇਕ ਹੈ, ਔਰ ਫੈਬਰਰੀ ਇਨਟੇਕ ਦੇ ਵਿੱਚ ਇੱਕ ਅੱਛੀ ਗੱਲ ਇਹ ਹੈ, ਜਿਹੜੀ ਪ੍ਰੈਕਟੀਕਲ ਗਰਾਊਂਡ 'ਤੇ ਗੱਲ ਹੈ ਕਿ ਸਟੂਡੈਂਟ ਕਿਤੇ ਨਾ ਕਿਤੇ ਜਿਹੜਾ ਅੱਜ ਦਾ ਆਪਾਂ ਮੁੱਦਾ ਛੇੜਿਆ, ਜਿਹੜਾ ਟੌਪਿਕ ਬਣਾਇਆ ਕਿ ਸਟੂਡੈਂਟ ਚਾਹੁੰਦਾ ਪ੍ਰੈਕਟੀਕਲ ਗਰਾਊਂਡ 'ਤੇ ਚਾਹੁੰਦਾ ਹੈ ਕਿ ਵੀ ਮੈਂ ਫਲਾਈਟ ਖੁੱਲ੍ਹਣ ਤੋਂ ਬਾਅਦ ਹੀ ਜਾਵਾਂ, ਠੀਕ ਹੈ। ਲੇਕਿਨ ਇਹ ਟਾਈਮ ਹੈ ਜਦੋਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰੋ। ਆਸਟ੍ਰੇਲੀਆ ਨੇ ਕਿਸੇ ਵੀ ਟਾਈਮ ਆਪਣੇ ਦਰਵਾਜ਼ੇ ਖੋਲ੍ਹ ਦੇਣੇ, ਆਪਣੇ ਬਾਰਡਰ ਓਪਨ ਕਰਨ ਦੀ ਅਨਾਊਂਸਮੈਂਟ ਕਰ ਦੇਣੀ ਹੈ। ਵੀਜ਼ਾ ਪ੍ਰੋਸੈਸ ਕਰੋ ਫੈਬ ਇਨਟੇਕ ਲਈ, ਫੈਬ ਤੋਂ ਪਹਿਲੇ ਆਊਟ ਆਫ 100% ਫਲਾਈਟਸ ਵਿਲ ਬੀ ਓਪਨ। ਇਨ ਕੇਸ ਨਹੀਂ ਹੁੰਦੀ ਤੇ ਸਾਡੇ ਜਿਹੜੇ ਕਾਲਜਿਸ ਔਰ ਯੂਨੀਵਰਸਿਟੀਜ਼ ਦੇ ਨਾਲ ਟਾਈਅਪਸ ਹੈ, ਐਗਰੀਮੈਂਟਸ ਹੈ, ਅਸੀਂ ਉਹਨਾਂ ਕੋਲ ਆਲਰੇਡੀ ਕਮਿਟਮੈਂਟ ਲਿੱਤੀ ਹੋਈ ਹੈ 1 ਜਾਂ 2 ਟਰਮਸ, ਯਾਨੀ ਕਿ 2 ਜਾਂ 3 ਮਹੀਨੇ ਦੀ ਪੜ੍ਹਾਈ ਕਰਵਾ ਕੇ ਬਾਕੀ ਤੁਹਾਡਾ ਜਿਹੜਾ ਹੈ ਪੂਰਾ ਦਾ ਪੂਰਾ ਕੋਰਸ ਡੈਫਰ ਕਰ ਦਿੱਤਾ ਜਾਏਗਾ। ਔਰ ਅਪਾਰਟ ਫਰੋਮ ਦੈਟ ਵਿਸ਼ਵਾਸ ਇੰਟਰਨੈਸ਼ਨਲ ਸੇਮ ਲਾਈਕ UK, ਆਸਟ੍ਰੇਲੀਆ ਦੇ ਲਈ ਵੀ, ਕਿਉਂਕਿ ਆਸਟ੍ਰੇਲੀਆ ਜਦੋਂ ਬੰਦ ਹੋਣ ਤੋਂ ਪਹਿਲੇ ਟੱਚਵੁੱਡ ਬਾय ਦ ਗ੍ਰੇਸ ਆਫ ਗॉड, ਬਾय ਦ ਬਲੈਸਿੰਗ ਆਫ ਆਵਰ ਕਲਾਇੰਟਸ, ਅਸੀਂ ਬਹੁਤ ਸਾਰਾ ਬੱਚਾ ਆਸਟ੍ਰੇਲੀਆ ਸਪੈਸ਼ਲਿਟੀ ਰਹੀ ਹੈ ਅਜੇ ਤੱਕ ਵੀ ਵਿਸ਼ਵਾਸ ਇੰਟਰਨੈਸ਼ਨਲ ਦੇ। ਔਰ ਜੇਕਰ ਤੁਸੀਂ ਆਪਣਾ ਆਸਟ੍ਰੇਲੀਆ ਦਾ ਵੀਜ਼ਾ ਅੱਜ ਵਿਸ਼ਵਾਸ ਇੰਟਰਨੈਸ਼ਨਲ ਥਰੂ ਅਪਲਾਈ ਕਰਨਾ ਚਾਹੁੰਦੇ ਹੋ, ਫੁੱਲ ਪੇਮੈਂਟ ਆਫਟਰ ਵੀਜ਼ਾ ਦਾ ਆਪਸ਼ਨਸ ਵੀ ਹੈ, ਉਹ ਵੀ ਇੱਕ ਰੀਜ਼ਨੇਬਲ ਮਾਰਜਨ ਦੇ ਨਾਲ, ਜਿਹੜੀ ਇੱਕ ਐਸਾ ਨਹੀਂ ਹੈ ਕਿ ਵੀ 5 ਲੱਖ ਰੁਪਏ ਦਾ ਪ੍ਰੋਫਿਟ ਲੈ ਲਿਆ ਔਰ ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਫੰਡਸ ਦਾ ਰਿਸਕ ਨਹੀਂ ਲੈਣਾ, ਇੰਸ਼ੋਰੈਂਸ ਦਾ ਰਿਸਕ ਨਹੀਂ ਲੈਣਾ, ਐਮਬੈਸੀ ਫੀਸ ਦਾ ਰਿਸਕ ਨਹੀਂ ਲੈਣਾ, ਮਿਸਲੀਨੀਅਸ ਐਕਸਪੈਂਸਿਸ, ਮਤਲਬ ਅਪਾਰਟ ਫਰੋਮ ਮੈਡੀਕਲ ਯੂ ਡੋਂਟ ਨੀਡ ਟੂ ਪੇ ਇਵਨ ਅ ਸਿੰਗਲ ਪੈਨੀ ਟੂ ਵਿਸ਼ਵਾਸ ਇੰਟਰਨੈਸ਼ਨਲ। ਔਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਡੈਫਰਮੈਂਟ ਲਈ ਵੀ, ਜੇਕਰ ਕੱਲ੍ਹ ਨੂੰ ਫਲਾਈਟਸ ਨਹੀਂ ਖੁੱਲ੍ਹਦੀਆਂ, ਡਿਲੇ ਹੁੰਦਾ, ਡੈਫਰਮੈਂਟ ਲਈ ਵੀ ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ ਜੀ। ਜੋ ਵਿਆਹੇ ਹੋਏ ਨੇ ਕੀ ਸਪਾਊਸ ਨਾਲ ਲੱਗ ਕੇ ਜਾਏਗਾ ਵੀਜ਼ਾ? ਕੁਝ ਟਾਈਮ ਵੇਟ ਕਰਨੀ ਪਏਗੀ? ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਸਪਾਊਸ ਵਾਸਤੇ? ਦੇਖੋ ਜੀ, ਜੇਕਰ ਬੱਚਾ ਇਨ ਦਾ ਸੈਂਸ ਕਿ ਦੋਨੋਂ ਮੇਨ ਐਪਲੀਕੈਂਟ ਦੇ ਨਾਲ ਅਗਰ ਡਿਪੈਂਡੈਂਟ ਵੀ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਨ ਤੋਂ ਮੇਰਾ ਕੀ ਕਹਿਣ ਦਾ ਭਾਵ ਹੈ ਕਿ ਅਗਰ ਆਪਾਂ UK ਦੀ ਗੱਲ ਕਰੀਏ, UK ਸਿਰਫ ਮੈਰਿਜ ਰਜਿਸਟਰਡ ਹੋਣੀ ਚਾਹੀਦੀ ਹੈ, ਪ੍ਰੂਫ ਆਫ ਰਿਲੇਸ਼ਨਸ਼ਿਪ ਚਾਹੀਦੇ ਹੈ, ਹੋਰ ਕੁਝ ਨਹੀਂ ਦੇਖਦਾ। ਬਟ ਔਨ ਅਦਰ ਸਾਈਡ ਆਸਟ੍ਰੇਲੀਆ ਨੇ ਡਿਪੈਂਡੈਂਟ ਨੂੰ ਦੀ ਕੁਆਲੀਫਿਕੇਸ਼ਨ ਵੀ ਨੋਟ ਡਾਊਨ ਕਰਨੀ ਹੈ, ਉਹਦਾ ਸੋਰਸ ਆਫ ਇਨਕਮ ਵੀ ਦੇਖਣਾ, ਉਹਦਾ ਐਮਪਲੋਇਮੈਂਟ ਦੇ ਪ੍ਰੂਫ ਵੀ ਦੇਖਣੇ, ਸਾਰੀਆਂ ਚੀਜ਼ਾਂ ਦੇਖਣੀਆਂ, ਉਹਦੇ ਮੈਰਿਜ ਪੁਰਾਣੀ ਹੋਣੀ ਚਾਹੀਦੀ, ਉਹ ਸਾਰੀਆਂ ਚੀਜ਼ਾਂ ਵੀ ਦੇਖਣੀਆਂ। ਬਟ ਅਗਰ ਤੁਸੀਂ ਐਲੀਜੀਬਲ ਹੋ, ਔਰ ਐਸ ਸੱਚ ਐਸਾ ਕੋਈ ਲਾਅ ਨਹੀਂ ਹੈ ਇਮੀਗ੍ਰੇਸ਼ਨ ਦਾ, ਕੋਈ ਕਾਨੂੰਨ ਨਹੀਂ ਹੈ ਕਿ ਵੀ ਤੁਹਾਡੀ ਸਾਲ ਪੁਰਾਣੀ ਮੈਰਿਜ ਹੈ ਜਾਂ ਤੁਸੀਂ ਗ੍ਰੈਜੂਏਟ, ਉਹ ਡਿਊ ਟੂ ਕੰਟਰੈਕਟ ਮੈਰਿਜਸ, ਇਹਨਾਂ ਚੀਜ਼ਾਂ ਦੇ ਚੱਲਦੇ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਕੰਟਰੈਕਟ ਮੈਰਿਜ ਦਾ ਬਹੁਤ ਜ਼ਿਆਦਾ ਚੱਲਣ ਹੈ। ਯੂਨੀਵਰਸਿਟੀ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੁੰਦੀ ਹੈ ਕਿ ਵੀ ਕੋਈ ਡੁਪਲੀਕੇਟ ਮੈਰਿਜ ਕਰਕੇ ਡਿਪੈਂਡੈਂਟ ਬਣਾ ਕੇ ਨਕਲੀ ਨਾ ਲੈ ਕੇ ਆਏ। ਬਟ ਅਦਰਵਾਈਜ਼ ਜਿਹੜੇ ਬੰਦੇ ਮੈਰਿਡ ਹੈ ਔਰ ਮੇਨ ਐਪਲੀਕੈਂਟ ਗ੍ਰੈਜੂਏਟ ਔਰ ਮਾਸਟਰ ਡਿਗਰੀ ਲਈ ਜਾ ਰਿਹਾ, ਯੈਸ ਦੇ ਕੈਨ ਬ੍ਰਿੰਗ देयर ਸਪਾਊਸ ਵਿਦ ਦੈਮਸੈਲਫ, ਡਿਪੈਂਡੈਂਟ ਵੀ ਭਾਵੇਂ ਬੱਚੇ ਵੀ। ਈਵਨ ਦੈਨ ਆਪਾਂ 1-2 ਫਾਈਲਾਂ ਪ੍ਰੋਸੈਸ 'ਚ ਹੋ ਸਕਿਆ ਤਾਂ ਅਗਲੇ ਸ਼ੋਅ 'ਚ ਮੈਂ ਤੁਹਾਨੂੰ ਉਹਨਾਂ ਦਾ ਨਾਲ ਰੂਬਰੂ ਵੀ ਕਰਾਵਾਂਗੇ ਦਰਸ਼ਕਾਂ ਨਾਲ, ਜਿਨ੍ਹਾਂ ਦੇ ਵਿੱਚ ਆਪਾਂ ਹਸਬੈਂਡ, ਵਾਈਫ ਔਰ ਬੱਚੇ ਦਾ ਤਿੰਨਾਂ ਦਾ ਵੀਜ਼ਾ ਇਕੱਠੇ ਲਗਾਇਆ ਐਂਡ ਆਈ ਹੋਪ ਇਟ ਵਿਲ ਬੀ ਗੈਟ ਇਟ ਡਨ। ਸੋ ਇਹ ਅਨਾਉਂਸਮੈਂਟ ਜਿਹੜੀ ਸੀ ਆਸਟ੍ਰੇਲੀਆ ਦੀ, ਉਹਦੇ ਉੱਪਰ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਦੇ ਇੰਡੀਕੇਸ਼ਨ ਕੀ ਨੇ। ਜਲਦੀ ਖੁੱਲ੍ਹੇਗਾ, ਸਮੂਥ ਹੋਏਗੀ ਜ਼ਿੰਦਗੀ, ਰੋਹੇ ਰਵਾਂ ਇੱਕ ਵਾਰ ਫਿਰ ਜ਼ਿੰਦਗੀ ਦੇ ਵਿੱਚ ਰਵਾਨਗੀ ਉਸੇ ਤਰ੍ਹਾਂ ਦੀ ਆਣੀ ਹੈ। ਵਿਦਿਆਰਥੀ ਵੀਜ਼ਾ ਲੈਣਗੇ, ਜਹਾਜ਼ ਚੜ੍ਹਨਗੇ, ਵਿਦੇਸ਼ ਜਾਣਗੇ, ਪੜ੍ਹਨਗੇ। ਪਰ ਸਵਾਲ ਇੱਥੇ ਉਹੀ ਖੜਾ ਹੋ ਰਿਹਾ ਹੈ ਕਿ ਵਾਰ-ਵਾਰ ਸਮਾਂ ਜਿਹੜਾ ਹੈ ਨਾ, ਉਹਨੂੰ ਇਸ ਤਰ੍ਹਾਂ ਨਾ ਸਮਝੋ ਕਿ ਮੈਂ ਮਈ 'ਚ ਜਾਣਾ ਜਾਂ ਫਰਵਰੀ 'ਚ ਜਾਣਾ ਹੈ। ਅੱਜ ਪ੍ਰੋਸੈਸ ਸਟਾਰਟ ਜਿਹੜਾ ਹੈਗਾ ਤੁਹਾਨੂੰ ਕਰਨਾ ਪਏਗਾ। ਥੋੜ੍ਹਾ ਜਿਹਾ ਸਮਾਂ ਮੈਂ UK ਵੱਲ ਵੀ ਲਾਉਣਾ ਚਾਹੂੰਗਾ ਜਾਂ ਕੈਨੇਡਾ ਵੱਲ, ਕੋਈ ਖਾਸ ਤੁਹਾਡੇ ਕੋਲ ਅਪਡੇਟ ਜਾਂ UK ਦੇ ਸਟੂਡੈਂਟਸ ਜਿਹੜੇ ਜਾ ਰਹੇ ਨੇ? ਦੇਖੋ ਜੀ, ਕੈਨੇਡਾ ਦੇ ਤਾਂ ਮੈਂ ਇੱਕ ਲਾਈਨ 'ਚ ਅਪਡੇਟ ਖਤਮ ਕਰਾਂਗਾ। ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਜਿਹੜਾ ਬੀਤਾ ਸਤੰਬਰ ਇਨਟੇਕ ਹੈ, ਡਿਊ ਟੂ ਹੈਵੀ ਰਿਜੈਕਸ਼ਨ ਰੇਟ, ਸਤੰਬਰ ਦਾ ਬੱਚਾ ਸ਼ਿਫਟ ਹੋਇਆ ਜਨਵਰੀ ਦੇ ਵਿੱਚ
ਔਰ ਜਨਵਰੀ ਦੇ ਵਿੱਚ ਨਵੇਂ ਬੱਚਿਆਂ ਨੂੰ 10-20% ਨੂੰ ਹੀ ਸੀਟਸ ਅਲਾਟ ਹੋ ਪਈਆਂ ਡਿਊ ਟੂ ਦਿਸ ਰੀਜ਼ਨ। ਜੀ। ਔਰ ਉਸ ਤੋਂ ਬਾਅਦ ਅੱਜ ਮਈ ਵੀ ਤਕਰੀਬਨ ਇਹ ਮੰਨ ਕੇ ਚੱਲੋ ਕਿ ਅਗਰ ਹੁਣ ਬੱਚਾ ਜਿਸ ਤਰ੍ਹਾਂ ਕਹਿੰਦਾ ਕਿ ਕੈਨੇਡਾ ਦਾ ਬੱਚਾ ਬੜਾ ਚੂਜ਼ੀ ਹੁੰਦਾ, ਬਟ ਅੱਜ ਉਹ ਸਮਾਂ ਨਿਕਲ ਗਿਆ ਕਿ ਤੁਹਾਨੂੰ ਬੈਕਅਪ ਲੈ ਕੇ ਚੱਲਣਾ ਪਏਗਾ। ਮੈਂ ਇਹ ਨਹੀਂ ਕਹਿੰਦਾ ਕਿ ਆਪਣੇ ਕੋਰਸ ਨਾਲ ਆਪਣੀ ਸਟੱਡੀ ਨਾਲ ਕੰਪਰੋਮਾਈਜ਼ ਕਰੋ, ਬਟ ਏਰੀਆ ਔਰ ਕਾਲਜ ਦੇ ਨਾਲ ਕਿਤੇ ਨਾ ਕਿਤੇ ਤੁਹਾਨੂੰ ਕੰਪਰੋਮਾਈਜ਼ ਕਰਨ ਦੇ ਵਿੱਚ ਮੈਨੂੰ ਲੱਗਦਾ ਕੋਈ ਹਰਜਾ ਨਹੀਂ ਹੋਣਾ ਚਾਹੀਦਾ। ਇੰਸਟੈਡ ਕਿ ਤੁਹਾਡਾ ਗੈਪ ਪਏ ਫਿਰ ਜਾ ਕੇ ਤੁਸੀਂ ਨੈਕਸਟ ਸੈਪਟੈਂਬਰ ਦੇ ਵਿੱਚ ਜਾਓ। ਇਸ ਤੋਂ ਬੈਟਰ ਹੈ ਕਿ ਜੇਕਰ ਤੁਹਾਡੀ ਆਫਰ ਲੈਟਰ ਨਹੀਂ ਆ ਰਹੀ ਕਿਤੋਂ ਨਾ ਕਿਤੋਂ ਵੀ ਕਿਸੇ ਬੈਕਅਪ ਲਈ 2 ਜਾਂ 3 ਕਾਲਜਸ ਦੇ ਵਿੱਚ ਅਪਲਾਈ ਕਰਕੇ ਚੱਲੋ, ਤਾਂ ਕਿ ਮਈ ਦੇ ਵਿੱਚ ਤੁਹਾਡਾ ਪ੍ਰੋਸੈਸ ਹੋ ਜਾਏ ਔਰ ਸਾਲ ਤੁਹਾਡਾ ਖਰਾਬ ਹੋਣ ਤੋਂ ਬਚ ਜਾਏ। ਜਨਵਰੀ ਆਲਮੋਸਟ ਕਲੋਜ਼ਡ ਹੈ ਜੀ। ਮੁਕੇਸ਼ ਜੀ 2 ਮਿੰਟ ਦਾ ਸਮਾਂ ਬਚਿਆ ਹੈ। ਜਿਸ ਤਰ੍ਹਾਂ ਆਸਟ੍ਰੇਲੀਆ ਦਾ ਡਿਟੇਲ 'ਚ ਗੱਲ ਕੀਤੀ ਤੁਸੀਂ, ਕੈਨੇਡਾ ਬਾਰੇ ਗੱਲ ਕੀਤੀ ਹੈ, UK ਵੀ ਚੱਲ ਰਿਹਾ ਹੈ, ਨਿਊਜ਼ੀਲੈਂਡ ਜਿਹੜਾ ਹੈਗਾ ਹਲੇ ਠੰਡੇ ਬਸਤੇ ਦੇ ਵਿੱਚ ਹੈ। ਨਿਊਜ਼ ਕਿਸੇ ਤਰ੍ਹਾਂ ਦੀ ਉਹਨਾਂ ਵੱਲੋਂ ਕੋਈ ਇਮੀਗ੍ਰੇਸ਼ਨ ਜਾਂ ਸਟੱਡੀ ਵੀਜ਼ਾ ਨੂੰ ਲੈ ਕੇ ਨਹੀਂ ਗਈ। ਓਵਰਆਲ ਬਾਕੀ ਜਿਵੇਂ ਕਿ ਸਾਡੇ ਰੁਝਾਨ ਹੈਗਾ ਖਾਸ ਕਰ ਪੰਜਾਬ ਔਰ ਹਰਿਆਣਾ ਦੇ ਵਿੱਚ, ਯੂਰਪ ਵੀ ਬਹੁਤ ਬੱਚੇ ਪੜ੍ਹਨ ਜਾਂਦੇ ਨੇ। ਸੋ ਓਵਰਆਲ ਇਮੀਗ੍ਰੇਸ਼ਨ ਇੰਡਸਟਰੀ ਦੀ ਜਿਹੜੀ ਤਸਵੀਰ ਹੈ 2 ਮਹੀਨੇ ਬਾਅਦ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ? ਦੇਖੋ ਜੀ, 2 ਮਹੀਨੇ ਬਾਅਦ ਉਮੀਦ ਹੈ ਕਿ ਆਸਟ੍ਰੇਲੀਆ ਆਪਣੇ ਪੂਰੇ ਸ਼ਬਾਬ ਤੇ ਪੂਰੇ ਬੂਮ ਤੇ ਦੁਬਾਰਾ ਚੱਲੇਗਾ। ਪਹਿਲੇ ਦੀ ਤਰ੍ਹਾਂ ਐਡਮਿਸ਼ਨ ਲੈਣੇ ਔਖੇ ਹੋਣਗੇ, GT ਕ੍ਰਾਈਟੇਰੀਆ ਲੈਣਾ ਔਖਾ, ਕਲੀਅਰ ਕਰਨਾ ਔਖਾ ਹੋਏਗਾ। ਅੱਜ ਦੇ ਟਾਈਮ 'ਚ ਜਿਹੜਾ ਬੱਚਾ ਸਪੈਸ਼ਲੀ ਜਿਹੜਾ ਸਪਾਊਸ ਵੀਜ਼ਾ ਤੇ ਜਾਣਾ ਚਾਹੁੰਦਾ, ਗੈਪ ਦੇ ਨਾਲ ਅਪਲਾਈ ਕਰਨਾ ਚਾਹੁੰਦਾ, ਵਿਦਆਊਟ ਆਇਲਸ ਜਾਣਾ ਚਾਹੁੰਦਾ ਔਰ ਰਿਸਕ ਨਹੀਂ ਲੈਣਾ ਚਾਹੁੰਦਾ, ਉਹਦੇ ਲਈ UK ਇਜ਼ ਦਾ ਬੈਸਟ ਡੈਸਟੀਨੇਸ਼ਨ। ਉਸ ਤੋਂ ਬਾਅਦ ਯੂਰਪ ਦੀ ਗੱਲ ਕਰੀਏ, ਜਰਮਨ ਦੇ ਲਈ ਮਾਸਟਰਸ ਦੇ ਲਈ ਐਡਮਿਸ਼ਨਸ ਖੁੱਲ੍ਹੇ ਹਨ। ਨਾ ਸਿਰਫ ਐਡਮਿਸ਼ਨਸ ਖੁੱਲ੍ਹੇ ਹਨ ਬਲਕਿ ਅੱਜ ਅਪਾਇੰਟਮੈਂਟ ਵੀ ਅਵੇਲੇਬਲ ਹੈ। ਔਰ UG ਦਾ ਬੱਚਾ ਜੋ ਕਿ ਸ਼ੈਨਗਨ ਕੰਟਰੀ ਜਾਣਾ ਚਾਹੁੰਦਾ, ਜਿਹੜਾ ਅੱਛਾ ਪ੍ਰੋਫਾਈਲ ਹੈ, ਅਬਵ ਐਵਰੇਜ ਪ੍ਰੋਫਾਈਲ ਹੈ, ਉਹ ਫਰਾਂਸ ਔਰ ਜਰਮਨੀ ਦੇ ਲਈ, ਬਟ ਜਰਮਨੀ UG ਦੇ ਵਿੱਚ ਅਪਾਇੰਟਮੈਂਟ ਦੀ ਪ੍ਰੋਬਲਮ ਹੈ, ਫਰਾਂਸ ਜਾ ਸਕਦਾ। ਅਦਰਵਾਈਜ਼ ਤੁਹਾਡਾ ਗੈਪ ਹੈ, ਐਵਰੇਜ ਪ੍ਰੋਫਾਈਲ ਹੈ ਔਰ ਬਿਲੋ ਪ੍ਰੋਫਾਈਲ ਜਿਹੜਾ ਬਿਲੋ ਐਵਰੇਜ ਹੈ, ਤੁਸੀਂ ਗ੍ਰੀਸ ਔਰ ਮਾਲਟਾ ਤੁਹਾਡੇ ਲਈ ਓਪਨ ਹੈ। ਔਰ ਇੰਗਲੈਂਡ ਦੇ ਵਿੱਚ ਬੇਸ਼ੱਕ ਤੁਹਾਡਾ ਜਿੰਨਾ ਮਰਜ਼ੀ ਗੈਪ ਹੈ, ਤੁਸੀਂ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਆਇਲਸ ਕੀਤੀ ਨਹੀਂ ਕੀਤੀ, ਇੱਕ ਵਾਰੀ ਸਾਡੇ ਟੀਮ ਦੇ ਨਾਲ ਆਪਣੇ ਡਾਕੂਮੈਂਟਸ ਭੇਜ ਕੇ ਅਸੈਸਮੈਂਟ ਜ਼ਰੂਰ ਕਰਵਾਓ। ਔਰ ਸਭ ਤੋਂ ਵੱਡੀ ਗੱਲ UK ਦੇ ਵਿੱਚ ਅਨਸਰਟਨਿਟੀ ਰਹਿੰਦੀ ਹੈ ਕਿ ਪੈਸਾ ਫਸ ਜਾਂਦਾ ਔਰ ਰਿਜ਼ਲਟ ਆਉਂਦਾ ਹੀ ਨਹੀਂ, ਕੈਸ਼ ਨਹੀਂ ਆਉਂਦਾ। ਕੈਸ਼ ਆ ਗਿਆ ਕੈਂਸਲ ਹੋ ਗਿਆ, ਫਾਈਲ ਐਮਬੈਸੀ ਤੱਕ ਨਹੀਂ ਗਈ ਔਰ 2-3 ਲੱਖ ਰੁਪਏ ਬੱਚੇ ਦਾ ਖਰਾਬ ਹੋ ਗਿਆ। ਉਸ ਚੀਜ਼ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਵਿਸ਼ਵਾਸ ਇੰਟਰਨੈਸ਼ਨਲ ਦੀ ਟੀਮ ਨਾਲ ਰਾਬਤਾ ਕਾਇਮ ਕਰੋ। ਅਸੀਂ ਸਾਰੀ ਦੀ ਸਾਰੀ ਪੇਮੈਂਟ ਵੀਜ਼ਾ ਤੋਂ ਬਾਅਦ ਲੈਂਦੇ ਹਾਂ, ਜੋ ਕਿ ਅੱਜ ਦੀ ਘੜੀ UK ਦੇ ਵਿੱਚ ਸ਼ਾਇਦ ਹੀ ਕੋਈ ਕੰਪਨੀ ਤੁਹਾਨੂੰ ਇੱਦਾਂ ਦਾ ਪ੍ਰਪੋਜ਼ਲ ਦੇ ਰਹੀ ਹੋਊਗੀ। ਬਿਲਕੁਲ ਠੀਕ ਹੈ ਜੀ, ਤੁਹਾਡੀ ਸਿਆਣੀ ਗੱਲ ਹੈ। ਵੀਜ਼ਾ ਵੀ ਲੈਣਾ ਹੈ, ਪੈਸੇ ਵੀ ਬਚਾਉਣੇ, ਲੀਗਲ ਤਰੀਕੇ ਨਾਲ ਵਿਦੇਸ਼ ਵੀ ਜਾਣਾ ਹੈ। ਇਹਦੇ ਵਾਸਤੇ ਇੱਕ ਸਮਾਂ ਜਿਹੜਾ ਨਾ ਬਹੁਤ ਵੱਡੀ ਚੀਜ਼ ਹੈ। ਕਿਸੇ ਕੰਸਲਟੈਂਟਸ ਨਾਲ ਟਾਈਮ ਲਾਉਣਾ, ਕੰਸਲਟੈਂਸੀ ਲੈਣੀ ਜਾਂ ਆਪਣੇ ਕਾਲਜ ਕੋਰਸ ਰਿਸਰਚਸ ਕਰਨੇ, ਇਹ ਚੀਜ਼ ਵਾਸਤੇ ਸਮਾਂ ਚਾਹੀਦਾ ਹੈਗਾ। SOP ਲਿਖਣੀ ਹੈ, ਤੁਸੀਂ ਆਪ ਲਿਖਣੀ ਹੁੰਦੀ ਹੈ। ਸਮਾਂ ਅੱਜ ਤੁਹਾਡੇ ਕੋਲ ਹੈ, ਖੁੱਲ੍ਹਾ ਸਮਾਂ। ਵਿਦਿਆਰਥੀ ਪਛਤਾਉਣਗੇ ਜਦੋਂ ਦਾਖਲੇ ਸ਼ੁਰੂ ਹੋ ਗਏ, ਫਲਾਈਟਾਂ ਬਿਲਕੁਲ ਓਪਨ ਹੋ ਗਈਆਂ, ਉਦੋਂ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਣਾ। ਜਿਸ ਤਰ੍ਹਾਂ ਮੁਕੇਸ਼ ਜੀ ਨੇ ਕਿਹਾ ਕਿ GT ਵੀ ਕਲੀਅਰ ਨਹੀਂ ਹੋਣੀ, ਦਾਖਲੇ ਤੱਕ ਨਹੀਂ ਮਿਲਣੇ। ਅੱਜ ਸਹੀ ਸਮਾਂ ਨਾਰਥ ਇੰਡੀਆ ਦੇ ਸਟੂਡੈਂਟਸ ਤੱਕ ਮੇਰਾ ਇੱਕ ਇਹ ਮੈਸੇਜ ਹੈ, ਭਾਵੇਂ ਉਹ ਹਿਮਾਚਲ ਤੋਂ ਹੈ, ਉੱਤਰਾਖੰਡ ਤੋਂ ਹੈ, ਪੰਜਾਬ, ਹਰਿਆਣਾ, ਜੋ ਵੀ ਰਾਜਸਥਾਨ ਕਿਤੋਂ ਵੀ ਸਾਡੇ ਨਾਲ ਜੁੜਿਆ ਹੈ, ਚਾਹੇ ਦਿੱਲੀ ਤੋਂ ਜੁੜਿਆ ਹੈ, ਉਹ ਪਲੀਜ਼ ਆਪਣੀ ਤਿਆਰੀ, ਜੇ ਜਾਣਾ, ਮੇਰਾ ਹਰ ਵਾਰ ਇੱਕ ਸਵਾਲ ਹੁੰਦਾ ਕਿ ਜੇ ਜਾਣਾ ਹੈ ਤਾਂ ਆਪਣੀ ਤਿਆਰੀ ਕਰੋ, ਸਮੇਂ ਅਨੁਸਾਰ ਪਹੁੰਚੋ, ਨਹੀਂ ਤੇ ਪਛਤਾਵਾ ਬਹੁਤ ਹੋਣਾ। ਇਸ ਵਕਤ ਰਸ਼ ਬਹੁਤ ਵੱਡੇ ਪੱਧਰ ਤੇ ਪੈਣ ਵਾਲਾ ਹੈ। ਮੁਕੇਸ਼ ਜੀ, ਸਟੂਡੀਓ ਦੇ ਵਿੱਚ ਆਉਣ ਲਈ ਤੁਹਾਡਾ ਸ਼ੁਕਰੀਆ ਔਰ ਉਮੀਦ ਕਰਾਂਗਾ ਕਿ ਸਟੂਡੈਂਟਸ ਜਿਹੜੇ ਖਾਸ ਤੌਰ ਤੇ ਆਸਟ੍ਰੇਲੀਆ ਦੀ ਵੇਟ ਕਰ ਰਹੇ ਸੀ ਅਨਾਉਂਸਮੈਂਟਸ ਤੋਂ ਬਾਅਦ, ਜੋ ਟਿਪਸ ਮੁਕੇਸ਼ ਜੀ ਨੇ ਤੁਹਾਨੂੰ ਲੰਮਾ ਸਮਾਂ 16-17 ਮਿੰਟ ਦਿੱਤੀਆਂ, ਉਹ ਕੰਮ ਆਉਣਗੀਆਂ। ਸੋ ਵਧੇਰੇ ਜਾਣਕਾਰੀ ਤੁਸੀਂ ਇੱਕ ਵਾਰ ਫਿਰ ਵਿਸ਼ਵਾਸ ਇੰਟਰਨੈਸ਼ਨਲ ਦੇ ਨੰਬਰਾਂ ਦੇ ਉੱਪਰ ਕਾਲ ਕਰਕੇ ਆਸਟ੍ਰੇਲੀਆ, UK, ਕੈਨੇਡਾ, ਯੂਰਪ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ। ਆਪਣੇ ਦੋਸਤ ਰਣਵੀਰ ਸੰਧੂ ਨਾਲ ਕਿਤੇ ਧੰਨਵਾਦ। ਸਤਿ ਸ਼੍ਰੀ ਅਕਾਲ।